ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਤੁਹਾਡਾ ਮੇਜ਼ਬਾਨ ਕਮਲਜੀਤ ਸਿੱਧੂ ਤੇ ਅੱਜ ਅਸੀਂ ਇੱਥੇ ਆਏ ਹੋਏ ਹਾਂ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਜਿੱਥੇ ਮਾਂ ਬੋਲੀ ਪੰਜਾਬੀ ਦੇ ਵਾਸਤੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਆ ਉਹ ਇੱਥੇ ਇਕੱਤਰ ਹੋਈਆਂ। ਕੱਲ ਇੱਕ ਆਰੰਭਿਆ ਗਿਆ ਇੱਕ ਮਾਰਚ ਜਿਹੜਾ ਕਿ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਉੱਤੋਂ ਲਗਾਤਾਰ ਸੰਗਤਾਂ ਜਿਹੜੀਆਂ ਨੇ ਉੱਥੇ ਇਕੱਠ ਕਰਕੇ ਤੇ ਅੱਜ ਉਹ ਅੰਮ੍ਰਿਤਸਰ ਸਾਹਿਬ ਪੁੱਜੀਆਂ ਨੇ ਤੇ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਾਉਣ ਦੀ ਖਾਤਰ ਹੀ ਇੱਕ ਮਾਰਚ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ, ਜਿਹਦੇ ਵਿੱਚ ਲੱਖਾ ਸਦਾਣਾ, ਇਸ ਤੋਂ ਇਲਾਵਾ ਬਲਦੇਵ ਸਿੰਘ ਸਰਸਾ ਤੇ ਹੋਰ ਕਾਫੀ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਮਾਂ ਬੋਲੀ ਪੰਜਾਬੀ ਦੇ ਹੱਕ ਦੇ ਵਿੱਚ ਨਾਲ ਪਿਆਰ ਕਰਨ ਵਾਲੇ ਨੇ ਔਰ ਉਹ ਉੱਥੋਂ ਚੱਲ ਕੇ ਇੱਥੇ ਪਹੁੰਚੇ ਨੇ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਕੈਸੀ ਇਹ ਤਰਾਸਦੀ ਹੈ ਕਿ ਕਿਸੇ ਸ਼ਾਇਰ ਨੇ ਲਿਖਿਆ ਕਿ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝਖੜਾਂ ਵਿੱਚ ਵੀ ਰੱਖ ਦਿੱਤਾ ਇਹ ਦੀਵਾ ਬਾਲ ਪੰਜਾਬੀ ਦਾ, ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਮਾਂ ਬੋਲੀ ਦੀ ਘਰ ਵਿੱਚ ਇੱਜ਼ਤ ਕਮੀ ਜਿੰਨੀ ਵੇਖ ਰਿਹਾ, ਦੇਸ਼ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ। ਸੋ ਪੰਜਾਬੀ ਦੀ ਇਹ ਤਰਾਸਦੀ ਹੈ ਕਿ ਸਾਨੂੰ ਆਪਣੇ ਹੀ ਦੇਸ਼ ਪੰਜਾਬ ਦੇ ਵਿੱਚ ਮਾਂ ਬੋਲੀ ਪੰਜਾਬੀ ਲਈ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਹੈਗਾ। ਸੋ ਅੱਜ ਉਹ ਦੇਖਦੇ ਹਾਂ ਕਿ ਕਿਸ ਤਰੀਕੇ ਦਾ ਇਹ ਮਾਰਚ ਹੈ ਔਰ ਉਹ ਉਹਨਾਂ ਦੇ ਕੀ ਵਿਚਾਰਧਾਰਾ ਨੇ। ਆਓ ਤੁਹਾਨੂੰ ਲੈ ਚੱਲਦਾ ਅੰਦਰ, ਜਿੱਥੋਂ ਇਸ ਮਾਰਚ ਦੀ ਜਿਹੜੀ ਹੈ ਉਹ ਤਿਆਰੀਆਂ ਹੋ ਰਹੀਆਂ ਨੇ। ਜਿਵੇਂ ਕਿ ਮੈਂ ਦੱਸਿਆ ਸੀ ਕਿ ਪੰਜਾਬੀ ਮਾਂ ਬੋਲੀ ਦੇ ਵਾਸਤੇ ਜਿਹੜਾ ਹੈਗਾ ਇਹ ਚੇਤਨਾ ਮਾਰਚ ਕੱਢਿਆ ਗਿਆ। ਲੱਖਾ ਸਦਾਣਾ ਜੀ ਮੇਰੇ ਨਾਲ ਨੇ, ਮੈਂ ਉਹਨਾਂ ਨੂੰ ਹੀ ਪੁੱਛਦਾ ਹੈਗਾ ਕਿ ਇਸ ਚੇਤਨਾ ਮਾਰਚ ਦਾ ਜਿਹੜਾ ਮਕਸਦ ਹੈ ਉਹ ਕੀ ਹੈ। ਹਾਂਜੀ, ਮਕਸਦ ਇਹੀ ਹੈ ਜੀ ਵੀ ਅਸੀਂ ਇੱਕ ਹੋਕਾ ਦੇਣ ਚੱਲੇ ਹਾਂ ਪੂਰੇ ਪੰਜਾਬ 'ਚ ਤੇ ਪੂਰੇ ਪੰਜਾਬੀਆਂ ਨੂੰ ਜਗਾਉਣ ਚੱਲੇ ਹਾਂ ਵੀ ਸਾਡੀ ਮਾਂ ਬੋਲੀ ਮਰ ਚੱਲੀ ਆ, ਸਾਡੀ ਮਾਂ ਬੋਲੀ ਮਰ ਗਈ ਤਾਂ ਅਸੀਂ ਮਰ ਜਾਣਾ। ਸਾਫ਼ ਜੀ ਗੱਲ ਹੈ, ਜੇ ਪੰਜਾਬੀ ਬੋਲੀ ਜਿਉਂਦੀ ਰਹੂ ਤਾਂ ਪੰਜਾਬੀ ਜਿਉਂਦੇ ਰਹਿਣਗੇ। ਸੋ ਇਹੀ ਅਸੀਂ ਇਹ ਇਕੱਲੇ ਅਸੀਂ ਨਹੀਂ ਬਚਾ ਸਕਦੇ ਵੀ ਅਸੀਂ ਕੋਈ 10 20 100 200 ਬੰਦਾ ਇਕੱਠਾ ਹੋ ਕੇ ਸੜਕਾਂ 'ਤੇ ਨਿਕਲ ਕੇ ਬਚਾ ਲਾਂਗੇ। ਤਾਂ ਹਰ ਪੰਜਾਬੀ ਨੂੰ ਆਪਣੇ ਦਿਲ 'ਚ ਆਪਣੀ ਮਾਂ ਬੋਲੀ ਪ੍ਰਤੀ ਸਤਿਕਾਰ ਪੈਦਾ ਕਰਨਾ ਪੈਣਾ। ਸਾਡੇ 'ਚ ਹੀਨ ਭਾਵਨਾ ਆ ਗਈ ਆ, ਅਸੀਂ ਪੰਜਾਬੀ ਬੋਲਣ ਸ਼ਰਮਾ ਮਹਿਸੂਸ ਕਰਦੇ ਹਾਂ, ਜਦੋਂ ਕਿ ਅਸੀਂ ਪੰਜਾਬੀ ਲਿਖਣ 'ਚ ਪੜ੍ਹਨ 'ਚ ਬੋਲਣ 'ਤੇ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰੀਏ, ਦੁਨੀਆ ਨੂੰ ਇੱਕ ਠੋਕ ਕੇ ਦੱਸੀਏ ਕਿ ਅਸੀਂ ਪੰਜਾਬੀ ਹਾਂ। ਜੇ ਸਾਡੀ ਕੋਈ ਪਹਿਚਾਣ ਹੈ, ਜੇ ਬਾਹਰਲੇ ਮੁਲਕਾਂ 'ਚ ਅਸੀਂ ਜਾਣੇ ਜਾਂਦੇ ਹਾਂ ਤਾਂ ਸਾਡੀ ਜ਼ਬਾਨ ਕਰਕੇ ਜਾਣੇ ਜਾਂਦੇ ਹਾਂ। ਜੇ ਸਾਡੀ ਜ਼ਬਾਨ ਮਰ ਗਈ ਸਾਡੀ ਹੋਂਦ ਨੇ ਮਰ ਜਾਣਾ। ਸਾਡਾ ਇਹੀ ਹੋਕਾ ਹੈ ਵੀ ਆਓ ਉੱਠੋ ਯਾਰ, ਇਹ ਛੱਡਦੇ ਹੋਏ ਗੱਲਾਂ। ਸਾਡੀ ਜਿਹੜੀ ਉਹ ਗੱਲ ਹੈ ਕਿ ਜੇ ਅਸੀਂ ਅੰਗਰੇਜ਼ੀ ਬੋਲਾਂਗੇ ਜਾਂ ਅਸੀਂ ਹਿੰਦੀ ਬੋਲਾਂਗੇ ਤਾਂ ਸਾਨੂੰ ਬਾਹਲੇ ਪੜ੍ਹੇ ਲਿਖੇ ਦਾ ਸਰਟੀਫਿਕੇਟ ਮਿਲ ਜਾਣਾ। ਸੋ ਇਹਦਾ ਮਤਲਬ ਇਹ ਨਹੀਂ ਵੀ ਜੇ ਕੋਈ ਬੰਦਾ ਜ਼ਿਆਦਾ ਹਿੰਦੀ ਜਾਂ ਅੰਗਰੇਜ਼ੀ ਬੋਲਦਾ ਬਹੁਤ ਵੱਡਾ ਕੋਈ ਵਿਦਵਾਨ ਆ, ਉਹ ਉਹਨਾਂ ਦੀ ਮਾਂ ਬੋਲੀ ਹੈ। ਸੋ ਇਸ ਲਈ ਅਸੀਂ ਇਹੀ ਵੀਰ ਹੋਕਾ ਦੇਣ ਚੱਲੇ ਹਾਂ। ਅਸੀਂ ਚਾਹੁੰਦੇ ਹਾਂ ਇੱਕ ਲੋਕ ਲਹਿਰ ਬਣਨੀ ਚਾਹੀਦੀ ਹੈ। ਸਰਕਾਰਾਂ ਜਿਹੜੀਆਂ ਸਾਜ਼ਿਸ਼ਾਂ ਕਰ ਰਹੀਆਂ ਨੇ ਸਾਡੀ ਬੋਲੀ ਦੇ ਖਿਲਾਫ, ਸਾਡੇ ਵਿਰਸੇ ਦੇ ਖਿਲਾਫ, ਉਹਨਾਂ ਨੂੰ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ ਤੇ ਲੋਕਾਂ ਦੇ ਵਿੱਚ ਇਹ ਗੱਲ ਜਾਣੀ ਚਾਹੁੰਦੇ ਹਾਂ ਵੀ ਯਾਰ ਉੱਠੋ ਸਾਰੇ ਇਸ ਗੱਲ ਦਾ ਵਿਰੋਧ ਕਰੋ। ਕਿਤੇ ਵੀ ਕੋਈ ਸਾਡੀ ਪੰਜਾਬੀ ਬੋਲੀ ਦਾ ਨਿਰਾਦਰ ਕਰਦਾ ਤਾਂ ਉਹਦਾ ਵਿਰੋਧ ਕਰਨਾ ਚਾਹੀਦਾ ਸੀ। ਦਮਦਮਾ ਸਾਹਿਬ ਤੋਂ ਤੁਸੀਂ ਸ਼ੁਰੂ ਕੀਤਾ ਚੇਤਨਾ ਮਾਰਚ, ਤੇ ਕਿੰਨੇ ਕੁ ਸ਼ਹਿਰਾਂ ਤੱਕ ਲਿਜਾਣ ਦਾ ਮਕਸਦ ਹੈ? ਇਹ ਪੂਰੇ ਪੰਜਾਬ ਦੇ ਹੈਗਾ। ਦਮਦਮਾ ਸਾਹਿਬ ਤੋਂ ਅਸੀਂ ਚੱਲੇ ਹਾਂ ਬਠਿੰਡਾ, ਫਰੀਦਕੋਟ, ਤਰਨਤਾਰਨ, ਇੱਥੇ ਹੁਣ ਆਪਾਂ ਅਕਾਲ ਤਖਤ ਸਾਹਿਬ ਤੇ ਖੜੇ ਹਾਂ। ਇੱਥੋਂ ਅੱਗੇ ਚੱਲ ਕੇ ਅਸੀਂ ਜਲੰਧਰ, ਖਟਕੜ ਕਲਾਂ, ਰੋਪੜ, ਆਨੰਦਪੁਰ ਸਾਹਿਬ ਜਾ ਕੇ ਰੁਕਣਾ। ਆਨੰਦਪੁਰ ਸਾਹਿਬ ਤੋਂ ਚੱਲ ਕੇ ਚੰਡੀਗੜ੍ਹ ਗਵਰਨਰ ਨੂੰ ਮੰਗ ਪੱਤਰ ਦੇਣਾ। ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਣਾ। ਫਿਰ ਅਸੀਂ ਫਤਿਹਗੜ੍ਹ ਸਾਹਿਬ ਆ ਕੇ ਰੁਕਣਾ। ਫਿਰ 21 ਤਰੀਕ ਨੂੰ ਅਸੀਂ ਭਾਸ਼ਾ ਵਿਭਾਗ ਦਾ ਦਫ਼ਤਰ ਹੈ ਪਟਿਆਲੇ, ਉਹਨੂੰ ਘੇਰਨਾ। ਸੋ ਸਰਕਾਰੀ ਅਦਾਰੇ ਜਿਹੜੇ ਆ ਉਹਨਾਂ 'ਚ ਦੇਖਦੇ ਹਾਂ ਹਜੇ ਤੱਕ ਪੰਜਾਬੀ ਮਾਂ ਬੋਲੀ ਵਾਸਤੇ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈਗਾ। ਇਹਦੇ ਬਾਰੇ ਨਾਲ ਕੀ ਉਪਰਾਲਾ ਕਰ ਰਹੇ ਹੋ? ਇਦੋਂ ਸਾਡੇ ਨਾਲ ਮਾੜਾ ਕੀ ਹੋ ਸਕਦਾ ਕਿ ਪੰਜਾਬ ਦੇ ਵਿੱਚ ਹੀ ਸਾਨੂੰ ਪੰਜਾਬੀ ਲਈ ਲੜਨਾ ਪੈ ਰਿਹਾ, ਜਦੋਂ ਕਿ ਅਸੀਂ ਦੂਜੀਆਂ ਸਟੇਟਾਂ, ਦੂਜੇ ਸੂਬਿਆਂ ਦੀ ਗੱਲ ਤਾਂ ਅਸੀਂ ਬਹੁਤ ਦੂਰ ਭੁੱਲ ਜਗੇ ਵੀ ਉੱਥੇ ਸਾਡੀ ਕੋਈ ਪੰਜਾਬੀ ਨੂੰ, ਜਿਸ ਤਰ੍ਹਾਂ ਹਿਮਾਚਲ 'ਚ ਹੋਇਆ ਪੰਜਾਬੀ ਨਾਲ ਕੀਤਾ ਗਿਆ ਧੱਕਾ, ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਕੀਤਾ ਜਾ ਰਿਹਾ, ਹੁਣ ਪੰਜਾਬੀ ਨੂੰ ਉੱਥੋਂ ਖਤਮ ਕੀਤਾ ਜਾ ਰਿਹਾ, ਸੰਸਕ੍ਰਿਤ ਨੂੰ ਅੱਗੇ ਕੀਤਾ ਜਾ ਰਿਹਾ। ਸੋ ਅਸੀਂ ਹੌਲੀ ਹੌਲੀ ਸਾਡੇ ਪੰਜਾਬ ਦੇ ਵਿੱਚ ਵੀ ਹਾਲਾਤ ਇਹ ਬਣਦੇ ਜਾ ਰਹੇ ਆ। ਸੋ ਇਸੇ ਲਈ ਅਸੀਂ ਇਹ ਚੱਲੇ ਹਾਂ। ਪਰ ਜਿੰਨਾ ਚਿਰ ਵੀਰ ਜਾਨ ਹੈ, ਜਿੰਨਾ ਚਿਰ ਸਾਹ ਚੱਲਦੇ ਨੇ, ਜ਼ਿੰਦਗੀ ਜਿਉਂਦੀ ਰਹੂ ਤਾਂ ਆਪਣੀ ਮਾਂ ਬੋਲੀ ਲਈ ਲੜਦੇ ਰਹਾਂਗੇ। ਹਾਲਾਂਕਿ ਸਾਡੇ ਤੇ ਕਈ ਮੁਕੱਦਮੇ ਵੀ ਦਰਜ ਹੋਏ, ਜੇਲ੍ਹ ਵੀ ਜਾਣਾ ਪਿਆ, ਪਰ ਹੁਣ ਵੀ ਜੇ ਕੋਈ ਸਾਨੂੰ ਇਹੋ ਸੰਘਰਸ਼ ਵੀ ਵਿੱਢਣਾ ਪਿਆ ਤਾਂ ਵਿੱਢਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਤੁਸੀਂ ਪਿਛਲੀ ਵਾਰੀ ਕੀਤਾ ਇਹ ਸੀਗਾ ਕਿ ਜਿਹੜੇ ਬੋਰਡ ਇੱਥੇ ਲਿਖੇ ਗਏ ਸੀਗੇ ਸੜਕਾਂ ਦੇ ਉੱਤੇ, ਉਹਦੇ ਵਿੱਚ ਜਿਹੜੀ ਆ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਗਈ, ਹਿੰਦੀ ਨੂੰ ਤਰਜੀਹ ਦਿੱਤੀ ਗਈ, ਪੰਜਾਬੀ ਥੱਲੇ ਸੀ, ਉਹ ਤੁਸੀਂ ਸ਼ੁਰੂਆਤ ਕੀਤੀ ਸੀਗੀ। ਕਿੰਨਾ ਕੁ ਹੁੰਗਾਰਾ ਮਿਲਿਆ? ਆਮ ਨੌਜਵਾਨ ਪੀੜ੍ਹੀ ਦਾ ਕਿੰਨਾ ਕੁ ਹੁੰਗਾਰਾ ਮਿਲਿਆ ਤੁਹਾਨੂੰ? ਬਹੁਤ ਵਧੀਆ ਹੁੰਗਾਰਾ। ਦੇਖੋ, ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਸਾਨੂੰ ਪ੍ਰਾਪਤੀ ਮੈਂ ਮੰਨਦਾ ਕਿ ਅਸੀਂ
ਹਰ ਪੰਜਾਬੀ ਨੂੰ ਅੱਜ ਇਹ ਪਤਾ ਲੱਗ ਗਿਆ ਵੀ ਸਾਡੀ ਜ਼ਬਾਨ ਮਰ ਰਹੀ ਹੈ। ਜਿਹੜਾ ਕਿ ਸੁੱਤੇ ਹੀ ਪਏ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਯਾਰ ਸਾਡੀ ਜ਼ਬਾਨ ਨੂੰ ਵੀ ਖਤਰਾ ਹੈਗਾ। ਇਸ ਤੋਂ ਇਲਾਵਾ ਮਿੱਤਰ ਸੈਨ ਮੀਤ ਵਰਗੇ ਨੇ, ਅਰੋੜਾ ਸਾਹਿਬ ਨੇ, ਹਾਈ ਕੋਰਟ ਦੇ ਵਕੀਲ ਨੇ, ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਰਾਹੀਂ ਲੜ ਰਹੇ ਨੇ। ਉਹਨਾਂ ਨੇ ਜਿਹੜੀ ਪੰਜਾਬ ਰਾਜ ਬਿਜਲੀ ਬੋਰਡ ਦੀ ਵੈਬਸਾਈਟ ਹੈ ਉਹ ਅੰਗਰੇਜ਼ੀ ਸੀ, ਉਹ ਪੰਜਾਬੀ 'ਚ ਕਰਾ ਲਈ। ਹੁਣ ਜਿਹੜੇ ਬਿੱਲ ਨੇ ਅੰਗਰੇਜ਼ੀ 'ਚ ਆਉਂਦੇ ਸੀ ਸਾਡੇ ਬਿਜਲੀ ਵਾਲੇ, ਉਹ ਪੰਜਾਬੀ 'ਚ ਆਉਣ ਲੱਗ ਗਏ। ਸੋ ਮੈਂ ਕਹਿੰਦਾ ਹੌਲੀ ਹੌਲੀ ਬੋਰਡ ਵੀ ਅਸੀਂ ਕਾਫੀ ਹੱਦ ਤੱਕ ਠੀਕ ਕਰਾ ਲਏ, ਹੈ ਨਾ। ਸੋ ਅਸੀਂ ਲੱਗਦਾ ਕਿ ਸਾਨੂੰ ਹਲੇ 3 ਸਾਲ ਹੋਏ ਆ ਚੱਲਿਆਂ ਨੂੰ ਇਸ ਪਾਸੇ, ਤੇ ਅਸੀਂ ਜਿਵੇਂ ਅਸੀਂ ਚੱਲ ਰਹੇ ਹਾਂ, ਕਾਫਲਾ ਵੱਧਦਾ ਜਾਂਦਾ, ਤੇ ਅਸੀਂ ਜ਼ਰੂਰ ਕੋਈ ਵੱਡੀ ਪ੍ਰਾਪਤੀ ਆਪਣੀ ਮਾਂ ਬੋਲੀ ਲਈ ਕਰਾਂਗੇ। ਇਸ ਤੋਂ ਬਾਅਦ ਜੀ ਅਸੀਂ ਲੱਖਾ ਸਧਾਣਾ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਗੱਲ ਕਰਾਂਗੇ ਬਲਦੇਵ ਸਿੰਘ ਸਿਰਸਾ ਮੇਰੇ ਨਾਲ ਨੇ। ਉਹਨਾਂ ਨੂੰ ਪੁੱਛਦੇ ਹੈਗੇ ਕਿ ਇਸ ਚੇਤਨਾ ਮਾਰਚ ਦੇ ਪਿੱਛੇ ਜਿਹੜਾ ਮਕਸਦ ਹੈਗਾ, ਅੱਜ ਇੰਨੀ ਸੰਘਰਸ਼ ਸਾਨੂੰ ਪੰਜਾਬ ਦੀ ਆਪਣਾ ਦੇਸ਼ ਆਪਣੀ ਕੌਮ ਹੋਣ ਦੇ ਬਾਵਜੂਦ ਆਪਣੀ ਮਾਂ ਬੋਲੀ ਵਾਸਤੇ ਸੰਘਰਸ਼ ਕਰਨਾ ਪੈ ਰਿਹਾ। ਇਹਦੇ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਹੈ। ਇਹ ਅੱਜ ਤੋਂ ਨਹੀਂ, ਇਹ ਲੰਬੇ ਸਮੇਂ ਤੋਂ। ਤੁਹਾਨੂੰ ਪਤਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਉਸ ਟਾਈਮ ਤੇ ਵੀ ਸਾਰੇ ਜਿਹੜੇ ਸੀ ਸੂਬੇ ਜਿਹੜੇ ਸੀ ਬੋਲੀ ਦੇ ਆਧਾਰ ਤੇ ਬਣੇ, ਲੇਕਿਨ ਜਦੋਂ ਪੰਜਾਬ ਦੀ ਗੱਲ ਕੀਤੀ ਗਈ ਕਿ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਬਣਨਾ ਚਾਹੀਦਾ, ਉਸ ਟਾਈਮ ਤੇ ਵੀ ਬਹੁਤ ਲੰਬਾ ਸੰਘਰਸ਼ ਕਰਨਾ ਪਿਆ, ਸ਼ਹਾਦਤਾਂ ਦੇਣੀਆਂ ਪਈਆਂ, ਤੇ ਫਿਰ ਜਾ ਕੇ ਪੰਜਾਬੀ ਸੂਬਾ ਬਣਿਆ। ਔਰ ਪੰਜਾਬੀ ਸੂਬਾ ਜੇ ਬਣਿਆ ਵੀ ਤੇ ਉਹ ਵੀ ਲੰਗੜਾ, ਜਿਹਦੇ ਵਿੱਚੋਂ ਪੰਜਾਬੀ ਬੋਲਦੇ ਬਾਹਰ ਇਲਾਕੇ ਜਿਹੜੇ ਸੀ ਬਾਹਰ ਰੱਖੇ ਗਏ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਉਹ ਵੀ ਬਾਹਰ ਰੱਖੀ ਗਈ, ਜੋ ਕਿ ਪੰਜਾਬ ਦੇ ਇਲਾਕੇ ਵਿੱਚ ਬਣੀ ਸੀ, ਉੱਥੋਂ ਦੀਆਂ ਜ਼ਮੀਨਾਂ ਸਨ। ਸੋ ਇਹਦੇ ਪਿੱਛੇ ਬੜੀ ਵੱਡੀ ਇੱਕ ਸਾਜ਼ਿਸ਼ ਹੈ। ਇਹਦੇ ਵਿੱਚੋਂ ਜਦੋਂ ਪੰਜਾਬੀ ਸੂਬਾ ਬਣਿਆ ਤੇ ਉਸ ਤੋਂ ਬਾਅਦ ਹਰਿਆਣਾ ਦੇ ਵਿੱਚੋਂ ਨਿਕਲਿਆ, ਤੇ ਜਿਸ ਤਰ੍ਹਾਂ ਕਿ ਹਿਮਾਚਲ ਇਹਦੇ ਵਿੱਚੋਂ ਬਣੇ, ਚੰਡੀਗੜ੍ਹ ਵਿੱਚੋਂ ਉਹ ਵੀ ਅੱਡ ਰੱਖ ਲਿਆ। ਹਰਿਆਣੇ ਦੇ ਵਿੱਚ ਵੀ ਜਿਹੜੀ ਸੀ ਦੂਸਰੀ ਭਾਸ਼ਾ, ਇੱਕ ਕਿੱਡੀ ਵੱਡੀ ਗਹਿਰੀ ਸਾਜ਼ਿਸ਼ ਕਿ ਹਰਿਆਣਾ ਜਦੋਂ ਅੱਡ ਹੋਇਆ ਉਹਦੇ ਵਿੱਚ 42% ਪੰਜਾਬੀ ਅੱਜ ਵੀ ਉੱਥੇ ਵੱਸਦੇ ਨੇ। ਉੱਥੇ ਤੇਲਗੂ ਦੂਸਰੀ ਭਾਸ਼ਾ ਤੇਲਗੂ ਲਾਗੂ ਕੀਤੀ ਗਈ। ਇਹ ਕਿੱਡੀ ਵੱਡੀ ਸਾਜ਼ਿਸ਼ ਹੈ। ਅੱਜ ਤੁਹਾਡੇ ਸਾਹਮਣੇ ਹਿਮਾਚਲ ਹੈ, ਉੱਥੇ ਜਿਹੜੀ ਹੈ ਦੂਸਰੀ ਭਾਸ਼ਾ ਹੈ ਉਹ ਸੰਸਕ੍ਰਿਤ ਲਾਗੂ ਕੀਤੀ ਗਈ ਹੈ। ਇਹਦੇ ਪਿੱਛੇ ਬਹੁਤ ਦਿੱਲੀ 'ਚ ਬੈਠੇ ਜਿਹੜੇ ਰਾਜ ਕਰ ਰਹੇ ਲੋਕ ਨੇ, ਉਹਨਾਂ ਦੀ ਗਹਿਰੀ ਸਾਜ਼ਿਸ਼ ਹੈ, ਜਿਹੜੇ ਕਿ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨਾ ਚਾਹੁੰਦੇ ਆ। ਔਰ ਖਾਸ ਕਰਕੇ ਘੱਟ ਗਿਣਤੀਆਂ ਸਿੱਖ ਕੌਮ ਨੂੰ ਜਿਹੜਾ ਉਹ ਵੇਖ ਕੇ ਬਰਦਾਸ਼ਤ ਨਹੀਂ ਕਰ ਰਹੇ। ਉਹਨਾਂ ਦੀ ਇੱਕ ਚਾਲ ਹੈ ਕਿ ਇਹਨਾਂ ਲੋਕਾਂ ਨੂੰ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਮਾਂ ਬੋਲੀ ਖਤਮ ਕਰ ਦਿਓ, ਉਹ ਕੌਮ ਆਪਣੇ ਆਪ ਖਤਮ ਹੋ ਜਾਏਗੀ। ਇਸ ਕਰਕੇ ਪੰਥਕ ਸਰਕਾਰ ਬਾਰੇ ਕੀ ਕਹਿਣਾ? ਪੰਥ ਸਰਕਾਰ ਹੋਣ ਦੇ ਬਾਵਜੂਦ ਵੀ ਸਾਨੂੰ ਪੰਜਾਬੀ ਲਈ ਸੰਘਰਸ਼ ਕਰਨਾ ਪਿਆ। ਕਿਹੜੀ ਪੰਥ ਸਰਕਾਰ? ਇਹ ਪੰਥ ਦੇ ਨਾਂ ਤੇ ਵੋਟਾਂ ਲੈਂਦੇ ਰਹੇ ਨੇ। ਇਹ ਪੰਥਕ ਨਹੀਂ, ਇਹ ਆਰਐਸਐਸ ਦਾ ਇੱਕ ਵਿੰਗ ਨੇ। ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬਾਂ ਦੇ ਖਿਲਾਫ ਕਿਤਾਬਾਂ ਲਿਖਤੀਆਂ, ਇਹਨਾਂ ਕੁਝ ਕਰਤਾ, ਤੇ ਇਹਨਾਂ ਨੂੰ ਪੰਥਕ ਮੰਨੋਗੇ? ਬਿਲਕੁਲ ਪੰਥਕ ਨਹੀਂ। ਪ੍ਰਕਾਸ਼ ਸਿੰਘ ਬਾਦਲ ਆਰਐਸਐਸ ਦਾ ਵਿੰਗ ਹੈ। ਔਰ ਅੱਜ ਵੀ ਤੁਸੀਂ ਵੇਖੋ, ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ, ਕੌਮ ਦੀ ਗੱਲ ਕਰਦਾ, ਜਾਂ ਗੁਰੂ ਇਤਿਹਾਸ ਦੀ ਗੱਲ ਕਰਦਾ, ਉਹਨਾਂ ਦੇ ਖਿਲਾਫ ਤੇ ਬੜੇ ਬੜੇ ਬਿਆਨ ਦਾਗਦੇ ਆ। ਲੇਕਿਨ ਪੰਜਾਬੀ ਮਾਂ ਬੋਲੀ ਦੇ ਉੱਤੇ ਜਿਹੜੀਆਂ ਪੰਥਕ ਸਰਕਾਰਾਂ, ਤੁਸੀਂ ਸਵਾਲ ਕੀਤਾ ਪੰਥਕ ਸਰਕਾਰ ਦਾ, ਉਸ ਪੰਥਕ ਸਰਕਾਰ ਨੇ ਹੁਣ ਤੱਕ ਕੀ ਕੀਤਾ? ਕਿਉਂਕਿ ਜਿੰਨੇ ਵੀ ਪੰਜਾਬ ਦਫ਼ਤਰ ਨੇ ਪੰਜਾਬ ਦੇ, ਉਹਨਾਂ ਸਾਰੇ ਦਫ਼ਤਰਾਂ ਦੇ ਵਿੱਚ ਜਿਹੜੀ ਆ ਉਹ ਅੰਗਰੇਜ਼ੀ ਵਰਤੀ ਜਾਂਦੀ ਆ। ਮੈਂ ਆਰਟੀਆਈ ਲੈਂਦਾ ਰਹਿਣਾ, ਔਰ ਜਿੰਨੇ ਵੀ ਦਫ਼ਤਰਾਂ ਤੋਂ ਅੱਜ ਤੱਕ ਆਰਟੀਆਈ ਲਈ ਹੈ, ਉਹ ਸਾਰੀ ਅੰਗਰੇਜ਼ੀ ਵਿੱਚ ਮੈਨੂੰ ਜਾਣਕਾਰੀ ਮਿਲਦੀ ਆ। ਤੇ ਇਸ ਤਰ੍ਹਾਂ ਹੁਣ ਤੁਹਾਡੇ ਸਾਹਮਣੇ ਰਾਜਸਥਾਨ ਹੈ, ਗੁਆਂਢੀ ਸੂਬਾ ਸਾਡਾ, ਹੱਦ ਨਾਲ ਲੱਗਦੀ ਆ। ਲੇਕਿਨ ਰਾਜਸਥਾਨ ਦੇ ਵਿੱਚ ਦਫ਼ਤਰਾਂ ਦੀ ਗੱਲ ਤਾਂ ਛੱਡੋ, ਉੱਥੇ ਕੋਰਟਾਂ ਦੇ ਵਿੱਚ ਜੁਡੀਸ਼ੀਅਲ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਸਾਰੀ ਕਾਰਵਾਈ ਜਿਹੜੀ ਆ ਉਹ ਹਿੰਦੀ 'ਚ ਹੁੰਦੀ ਆ। ਉੱਥੇ ਜਿਹੜੇ ਫੈਸਲੇ ਲਿਖੇ ਜਾਂਦੇ ਨੇ ਉਹ ਵੀ ਹਿੰਦੀ 'ਚ, ਬਹਿਸ ਹਿੰਦੀ 'ਚ, ਹਰ ਚੀਜ਼ ਹਿੰਦੀ 'ਚ। ਜੇ ਉੱਥੇ ਹਾਈ ਕੋਰਟਾਂ 'ਚ ਹਿੰਦੀ ਵਰਤੀ ਜਾਂਦੀ ਹੈ, ਉਹਦੀ ਵਰਤੋਂ ਹੁੰਦੀ ਹੈ, ਤੇ ਪੰਜਾਬ ਦੇ ਵਿੱਚ ਪੰਜਾਬੀ ਦੀ ਕਿਉਂ ਨਹੀਂ? ਇਹ ਇਸ ਕਰਕੇ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਹੈ। ਇਹ ਕੌਮ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਹੈ, ਤੇ ਅਸੀਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ, ਜੋ ਭਾਈ ਲੱਖਾ ਸਿੰਘ ਸਧਾਣਾ ਅਤੇ ਬਾਬਾ ਹਰਦੀਪ ਸਿੰਘ ਨੇ ਗੁਰਮੁਖੀ ਚੇਤਨਾ ਮਾਰਚ ਸ੍ਰੀ ਦਮਦਮਾ ਸਾਹਿਬ ਤੋਂ ਕੱਲ ਆਰੰਭ ਕੀਤਾ ਸੀ 18 ਤਰੀਕ ਨੂੰ, ਇਹਨਾਂ ਦਾ 4 ਦਿਨ ਦਾ ਇਹ ਜਿਹੜਾ ਪ੍ਰੋਗਰਾਮ ਹੈ, ਇਹਦੇ ਵਿੱਚ ਸਾਨੂੰ ਜਿਹੜਾ ਸਾਰਾ ਹੋਣਾ ਚਾਹੀਦਾ। ਇਹਨਾਂ ਨੇ ਪਿੱਛੇ ਵੀ ਜੋ ਬੋਰਡ ਲੱਗੇ ਸੀ ਜਿਨ੍ਹਾਂ ਦੇ ਉੱਤੇ ਹਿੰਦੀ ਲਿਖਿਆ ਸੀ, ਉਹ ਵੀ ਇਹਨਾਂ ਨੇ ਪੋਚੇ ਫੇਰੇ ਸਨ। ਸੋ ਇਹਨਾਂ ਦਾ ਬਹੁਤ ਵੱਡਾ ਉਪਰਾਲਾ, ਤੇ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਚੜ ਕੇ ਇਹਨਾਂ ਦਾ ਜਿਹੜਾ ਉਹ ਸਾਥ ਦੇਈਏ। ਨਹੀਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਕਿ ਜਿਹੜੇ ਐਜੂਕੇਸ਼ਨ ਅਦਾਰੇ ਹੈਗੇ ਆ, ਇਹ ਮੁਹਿੰਮ ਉੱਥੋਂ ਹੀ ਸ਼ੁਰੂ ਹੋਣੀ ਚਾਹੀਦੀ, ਜਦੋਂ ਕਿ ਸੈਂਟਰ ਬੋਰਡ ਦੇ ਜਿੰਨੇ ਸਕੂਲ ਆ ਉਹਨਾਂ ਦੇ ਵਿੱਚ ਇਹ ਪੱਕਾ ਹੈ ਕਿ ਹਿੰਦੀ ਜਿਹੜੀ ਆ ਔਰ ਅੰਗਰੇਜ਼ੀ ਉਹ ਮੂਹਰੇ ਆ, ਤੇ ਪੰਜਾਬੀ ਉੱਥੇ ਵੀ ਪਿੱਛੇ ਕੀਤੀ ਗਈ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਬੱਚਾ ਹੈ, ਇੱਕ ਉਹ ਚਿੱਟਾ ਕੱਪੜਾ ਹੈ, ਉਸ ਚਿੱਟੇ ਕੱਪੜੇ ਨੂੰ ਜਿਹੋ ਜਿਹਾ ਰੰਗ ਦਿਓਗੇ ਉਹੋ ਜਿਹਾ ਲੱਗਣਾ। ਜੇਕਰ ਅੱਜ ਸਾਡੇ ਬੱਚੇ ਮਤਲਬ ਕਿ ਜਿਹੜੇ ਸਕੂਲਾਂ ਦੇ ਵਿੱਚ ਜਦੋਂ ਦਾਖਲ ਕਰਾਏ ਜਾਂਦੇ ਨੇ, ਤੇ ਉਸ ਟਾਈਮ ਤੇ ਉਹਨਾਂ ਨੂੰ ਹਿੰਦੀ ਤੇ ਅੰਗਰੇਜ਼ੀ, ਉਹਨਾਂ ਦੇ ਪੰਜਾਬੀ ਬੋਲਣ ਦੇ ਉੱਤੇ ਉਹਨਾਂ ਨੂੰ ਜੁਰਮਾਨੇ ਹੁੰਦੇ ਨੇ। ਸੋ ਇਹ ਇੱਕ ਬੜੀ ਵੱਡੀ ਸਾਜ਼ਿਸ਼ ਹੈ, ਤੇ ਮੈਂ ਇਹ ਗੱਲ ਕਹਾਂਗਾ ਕਿ
ਕਿ ਪੰਜਾਬ ਸਰਕਾਰ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨੇ ਵੀ ਇਹ ਸਾਡੇ ਵਿਦਿਅਕ ਅਦਾਰੇ ਨੇ, ਛੋਟੇ ਸਕੂਲਾਂ ਲੈ ਕੇ ਚਾਹੇ ਇੰਗਲਿਸ਼ ਮੀਡੀਅਮ ਹੈ, ਕੁਝ ਵੀ ਹੈ, ਲੇਕਿਨ ਪੰਜਾਬੀ ਬੋਲਣੀ ਬੜੀ ਜ਼ਰੂਰੀ ਹੈ ਕਿ ਮਾਂ ਬੋਲੀ ਤੋਂ ਜਿਹੜਾ ਉਹ ਬਹੁਤ ਜ਼ਰੂਰੀ ਹੈ ਜਾਣ ਕਰਾਉਣਾ। ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਕਿ ਬਾਕੀ ਭਾਸ਼ਾਵਾਂ ਨਹੀਂ ਪੜ੍ਹਨੀਆਂ ਚਾਹੀਦੀਆਂ। ਅਸੀਂ ਤੇ ਇਹ ਗੱਲ ਕਹਾਂਗੇ ਕਿ ਦੁਨੀਆ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਨੇ ਉਹ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ, ਤਾਂ ਹੀ ਅਸੀਂ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਕੋਈ ਗੱਲ ਕਰ ਸਕਦੇ ਹਾਂ। ਲੇਕਿਨ ਇਹਦੇ ਨਾਲ ਨਾਲ ਮਾਂ ਬੋਲੀ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਹੈ। ਇਸ ਕਰਕੇ ਮਾਂ ਬੋਲੀ ਨੂੰ ਜਿਹੜਾ ਜਿੰਦਾ ਰੱਖਣ ਵਾਸਤੇ, ਇਹਨੂੰ ਕਾਮਯਾਬ ਕਰਨ ਵਾਸਤੇ ਇਹ ਜੋ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਸ਼ਲਾਘਾਯੋਗ ਹੈ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਖਾਸ ਕਰਕੇ ਪੰਜਾਬ ਸਰਕਾਰ ਦੀ, ਕਿ ਉਹ ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜਾ ਉਹ ਮੁੱਢਲੀ ਤੋਂ ਲੈ ਕੇ ਉਚੇਰੀ ਵਿੱਦਿਆ ਤੱਕ ਪੰਜਾਬੀ ਨੂੰ ਲਾਜ਼ਮੀ ਕਰੇ। ਮੇਰੇ ਨਾਲ ਖੜੇ ਨੇ ਜੀ ਬਾਬਾ ਹਰਦੀਪ ਸਿੰਘ ਜੀ, ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਪੰਜਾਬੀ ਮਾਂ ਬੋਲੀ ਦੇ ਬਾਰੇ। ਅੱਜ ਜਿਹੜਾ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈਗਾ, ਆਮ ਤੌਰ ਦੇ ਉੱਤੇ ਨੌਜਵਾਨ ਦੇ ਨਾਲ ਪੰਜਾਬੀ ਕਿੰਨਾ ਕੁ ਯੋਗਦਾਨ ਪਾ ਰਹੇ ਔਰ ਕੀ ਸਹਿਯੋਗ ਤੁਹਾਨੂੰ ਦਿੱਤਾ ਇਸ ਚੇਤਨਾ ਮਾਰਚ ਲਈ? ਸਾਨੂੰ ਸਹਿਯੋਗ ਬਹੁਤ ਮਿਲ ਰਿਹਾ। ਅਸੀਂ ਕਾਫੀ ਲੰਮੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਹਾਂ। ਕਿਤੇ ਅਸੀਂ ਬੋਰਡਾਂ ਦੇ ਉੱਤੇ ਪੋਚੇ ਮਾਰਦੇ ਹਾਂ, ਦਫ਼ਤਰਾਂ ਜਾ ਕੇ ਵੀ ਗੱਲ ਕਰਦੇ ਹਾਂ ਤੇ ਕਾਫੀ ਸੁਧਾਰ ਵੀ ਹੋ ਰਿਹਾ। ਪਰ ਨਾਲ ਨਾਲ ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਵੀ ਨੇ, ਸਾਡੀ ਪਬਲਿਕ ਦੀਆਂ ਵੀ ਜ਼ਿੰਮੇਵਾਰੀਆਂ ਨੇ। ਜੇ ਅਸੀਂ ਸਾਰੀਆਂ ਗੱਲਾਂ ਸਰਕਾਰਾਂ ਤੇ ਹੀ ਛੱਡ ਦਈਏ ਤੇ ਉਹ ਵੀ ਮੇਰਾ ਖਿਆਲ ਕੋਈ ਬਹੁਤਾ ਠੀਕ ਨਹੀਂਗਾ। ਸਾਨੂੰ ਸਾਰਿਆਂ ਨੂੰ ਇਸ ਗੱਲ ਤੇ, ਇਹਨਾਂ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਅਸੀਂ ਪੰਜਾਬੀ ਪੜ੍ਹਾਈਏ, ਨਾਲ ਸਾਰੀਆਂ ਬੋਲੀਆਂ ਸਿੱਖਣੀਆਂ ਚਾਹੀਦੀਆਂ। ਅਸੀਂ ਕਿਸੇ ਵੀ ਬੋਲੀ ਦੇ, ਕਿਸੇ ਭਾਸ਼ਾ ਦੇ ਵਿਰੋਧੀ ਨਹੀਂ, ਪਰ ਸਾਨੂੰ ਨਾਲ ਨਾਲ ਆਪਣੀ ਜਿਹੜੀ ਮਾਂ ਬੋਲੀ ਆ ਉਹਨੂੰ ਉਹ ਜਗ੍ਹਾ ਜਿਹੜੀ ਉਹਦੀ ਬਣਦੀ ਆ ਉਹ ਤੇ ਰੱਖਣਾ ਹੀ ਚਾਹੀਦਾ। ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਇਆ ਗਿਆ ਕਿ ਜਿਹੜੀ ਸਾਡੀ ਸਕੂਲੀ ਸਿੱਖਿਆ ਆ ਉਹਦੇ ਵਿੱਚ ਤੇ ਸਾਡੇ ਘਰਾਂ ਦੇ ਵਿੱਚ ਸਾਨੂੰ ਅੰਗਰੇਜ਼ੀ ਵਿੱਚ ਔਰ ਹਿੰਦੀ ਵਿੱਚ ਬੋਲਣ ਨੂੰ ਜ਼ਿਆਦਾ ਅਸੀਂ ਫਖਰ ਸਮਝਦੇ ਆ। ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਜੀ? ਇਹਦਾ ਕਾਰਨ ਤੇ ਇਹ ਸਮਝਦੇ ਆ ਵੀ ਸਾਡੇ ਨਾ ਲੋਕ ਜਿਹੜੇ ਨੇ ਛੇਤੀ ਨਾਲ ਨਾ ਹੀਣ ਭਾਵਨਾ ਮੰਨਣ ਲੱਗ ਜਾਂਦੇ ਨੇ ਵੀ ਸ਼ਾਇਦ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ, ਅਸੀਂ ਬਹੁਤ ਬੈਕ ਹੋ ਗਏ ਆ। ਪਰ ਨਹੀਂ, ਉਹ ਗੱਲ ਨਹੀਂ ਹੋ ਸਕਦੀ ਕਿ ਜਿਹੜੀ ਬੋਲੀ ਦੇ ਵਿੱਚ ਕੋਈ, ਜੇ ਸਾਡੇ ਗੁਰੂਆਂ ਨੇ ਬੋਲੀ ਉਚਾਰੀ ਗੁਰਮੁਖੀ ਤੇ ਉਹਨਾਂ ਦਾ ਮਕਾਮ ਦੇਖੋ, ਗੁਰਬਾਣੀ ਉਹਦੇ ਵਿੱਚ ਆਈ, ਗੁਰੂ ਗ੍ਰੰਥ ਸਾਹਿਬ ਜਿਹੜਾ ਰਹਿੰਦੀ ਦੁਨੀਆ ਤੱਕ, ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਨੂੰ ਦੇਖਣਾ ਚਾਹੀਦਾ ਵੀ ਹੀਣ ਭਾਵਨਾ ਨਹੀਂ ਮੰਨਣੀ ਚਾਹੀਦੀ। ਤੇ ਨਾਲ ਨਾਲ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਸਤੇ ਸਾਨੂੰ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਵੀ ਜਾਂ ਉਹਨਾਂ ਟੀਚਰਾਂ ਨੂੰ, ਸਟਾਫ ਨੂੰ ਵੀ ਕਹਿਣਾ ਚਾਹੀਦਾ, ਉੱਥੋਂ ਦੀ ਮੈਨੇਜਮੈਂਟ ਨੂੰ ਵੀ, ਭਈ ਬੱਚਿਆਂ ਨੂੰ ਸਾਰੀਆਂ ਭਾਸ਼ਾ ਸਿਖਾਓ ਪਰ ਨਾਲ ਨਾਲ ਪੰਜਾਬੀ ਜਿਹੜੀ ਆ ਉਹ ਸਭ ਤੋਂ ਬਿਹਤਰ ਸਿਖਾਓ, ਵਧੀਆ ਸਿਖਾਓ। ਇਸ ਵਾਸਤੇ ਕਈ ਸਕੂਲਾਂ 'ਚ ਜਾਂਦੇ ਆ, ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਲਿਖਣੀ ਨਹੀਂ ਆਉਂਦੀ। ਬੋਲ ਤਾਂ ਉਹ ਲੈਂਦੇ ਨੇ ਕਿਉਂਕਿ ਸਾਡੀ ਬੋਲੀ ਆ, ਮਾੜੀ ਮੋਟੀ ਬੋਲਦੇ ਨੇ, ਪਰ ਉਹਨਾਂ ਨੂੰ ਲਿਖਣੀ ਨਹੀਂ ਆਉਂਦੀ। ਇਹ ਗੱਲਾਂ ਸਾਡੀ ਬਹੁਤ ਵੱਡੀ ਤਰਾਸਦੀ ਆ। ਸਾਡੇ ਆਉਣ ਵਾਲੇ ਸਮੇਂ ਵਾਸਤੇ ਇਹਦੇ ਰਿਜ਼ਲਟ ਜਿਹੜੇ ਆ ਬਹੁਤ ਵਧੀਆ ਨਹੀਂ ਆਉਣਗੇ ਜੇ ਅਸੀਂ ਨਾ ਗੌਰ ਕਰੀਏ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂਗਾ। ਤੇ ਹੁਣ ਇਸ ਤੋਂ ਇਲਾਵਾ ਇਹ ਜਿਹੜਾ 4 ਦਿਨ ਦਾ ਚੇਤਨਾ ਮਾਰਚ ਕੀ ਇੱਥੇ ਤੱਕ ਸੀਮਿਤ ਰਹੋਗੇ ਕਿ ਅਗਾਮੀ ਉਪਰਾਲੇ ਕਰਦੇ ਰਹੋ? ਨਹੀਂ ਜੀ, ਲੜਾਈ ਸਾਡੀ ਚੱਲ ਰਹੀ ਆ। ਜਿੰਨਾ ਚਿਰ ਅਸੀਂ ਕੋਰਟ ਕਚਹਿਰੀਆਂ ਹਰ ਦਫ਼ਤਰ ਤੱਕ ਇਹਨੂੰ ਲਾਗੂ ਨਹੀਂ ਕਰਾ ਲੈਂਦੇ ਤੇ ਉਹਨਾਂ ਚਿਰ ਇਹ ਜਿਹੜੀ ਲੜਾਈ ਆ ਉਹ ਚੱਲਦੀ ਰਹੂਗੀ ਸਾਡੀ, ਉਹ ਬਿਲਕੁਲ ਬੰਦ ਨਹੀਂ ਹੋਊਗੀ। ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਦੇਖੋ, ਸਾਡੀ ਪੰਜਾਬੀ ਨਹੀਂ ਬੋਲੀ ਨਹੀਂ ਮਰਨੀ ਚਾਹੀਦੀ, ਅਸੀਂ ਮਰ ਜਾਣੇ ਚਾਹੀਦੇ ਆ, ਕੋਈ ਖਾਸ ਗੱਲ ਨਹੀਂ ਉਹਦੇ ਨਾਲ। ਉਹਦੇ ਵਾਸਤੇ ਲੜਦੇ ਕੋਈ ਇਹ ਤਾਂ ਯਾਦ ਕਰੂ ਨਾ ਵੀ ਕੋਈ ਕੌਮ ਹੁੰਦੀ ਸੀ ਆਪਣੀ ਮਾਂ ਬੋਲੀ ਵਾਸਤੇ ਹੀ ਲੜਦੀ ਉਹ ਖਤਮ ਹੋ ਗਈ ਆ। ਪਰ ਸਾਡੀ ਬੋਲੀ ਜਿਹੜੀ ਆ ਉਹ ਖਤਮ ਨਹੀਂ ਹੋਊਗੀ, ਨਾ ਅਸੀਂ ਹੋਣ ਦੇਵਾਂਗੇ। ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਏ, ਅਸੀਂ ਕੁਰਬਾਨੀ ਕਰਨ ਵਾਸਤੇ ਤਿਆਰ ਆ। ਧੰਨਵਾਦ। ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਕਿਸੇ ਵੀ ਕੌਮ ਨੂੰ ਅਗਰ ਖਤਮ ਕਰਨਾ ਹੋਵੇ ਤਾਂ ਜਿਹੜੀ ਉਹਦੀ ਮਾਂ ਬੋਲੀ ਹੈਗੀ ਉਹਨੂੰ ਖਤਮ ਕਰ ਦੇਣਾ ਚਾਹੀਦਾ ਹੈਗਾ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇਹ ਸਾਜ਼ਿਸ਼ ਸਾਡੀ ਮਾਂ ਬੋਲੀ ਪੰਜਾਬੀ ਦੇ ਨਾਲ ਹੋ ਰਹੀ ਆ ਔਰ ਇਹਦੇ ਬਾਰੇ ਉਸਤਾਦ ਦਾਮਨ ਦੀ ਗੱਲ ਕਰ ਲਈਏ, ਉਸ ਤੋਂ ਲੈ ਕੇ ਅਸੀਂ ਸਾਡੇ ਕੋਲੇ ਬਾਬੇ ਨਜ਼ਮੀ ਦੀ ਗੱਲ ਕਰ ਲਈਏ, ਜਿਹਨੇ ਕਿਹਾ ਸੀਗਾ ਕਿ ਉੱਚਾ ਕਰਕੇ ਜਾਵਾਂਗਾ ਮੈਂ ਜਗਤੇ ਬੋਲ ਪੰਜਾਬੀ ਦਾ, ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ। ਤੇ ਜਾਂ ਇੰਜ ਕਹਿ ਲਈਏ ਕਿ ਤੇਰੀ ਮਾਂ ਬੋਲੀ ਏ ਬੀਬਾ ਨਾ ਪੈਰਾਂ ਹੇਠਾਂ ਰੋਲ ਪੰਜਾਬੀ, ਲਿਖ ਪੰਜਾਬੀ, ਪੜ੍ਹ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ, ਤੇ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ। ਇਹ ਨਾਰਾ ਪੰਜਾਬੀਓ ਆਪਣੇ ਤਨ ਮਨ ਦੇ ਵਿੱਚ ਵਸਾ ਲਓ। ਆਪਣੀ ਮਾਂ ਬੋਲੀ ਲਈ ਤੁਸੀਂ ਸਾਰਿਆਂ ਨੇ, ਇਕੱਲੇ ਇਹ ਚੇਤਨਾ ਮਾਰਚ ਨਹੀਂ ਸਗੋਂ ਤੁਸੀਂ ਸਾਰਿਆਂ ਨੇ ਇਸ ਮੁਹਿੰਮ ਦੇ ਵਿੱਚ ਆਉਣਾ ਆ ਔਰ ਡਟ ਕੇ ਆਪਣੀ ਮਾਂ ਬੋਲੀ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਨਾਰਾ ਬੁਲੰਦ ਕਰੋ। ਸੋ ਉਮੀਦ ਕਰਦੇ ਹੈਗੇ ਕਿ ਇਸ ਚੇਤਨਾ ਮਾਰਚ ਦੇ ਜ਼ਰੀਏ ਜਿਹੜੇ ਹੈਗੇ ਆ ਲੋਕ ਪੰਜਾਬ ਦੇ ਵੱਧ ਤੋਂ ਵੱਧ ਜਾਗਰੂਕ ਹੋਣਗੇ।
ਇਸ ਟਾਈਮ ਅਸੀਂ ਪੰਜਾਬੀ ਮਾਂ ਬੋਲੀ ਬਾਰੇ ਹੀ ਗੱਲ ਕਰ ਰਹੇ ਹਾਂ ਤੇ ਗੱਲ ਕਰਦੇ ਹਾਂ ਭਾਈ ਸਾਹਿਬ ਮੇਰੇ ਨਾਲ ਭਾਈ ਰਣਜੀਤ ਸਿੰਘ ਜੀ ਖੜੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਮਾਂ ਬੋਲੀ ਪੰਜਾਬੀ ਦਾ ਜਿਹੜਾ ਇਹ ਅੱਜ ਇੰਨਾ ਚੇਤਨਾ ਮਾਰਗ ਸਾਨੂੰ ਕੱਢਣੇ ਪੈ ਰਹੇ ਆ, ਉਹ ਵੀ ਪੰਜਾਬ ਦੀ ਧਰਤੀ ਦੇ ਉੱਤੇ। ਆਪ ਜੀ ਦਾ ਇਸ ਬਾਰੇ ਕੀ ਕਹਿਣਾ? ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਹਕੂਮਤ ਦੇ ਵੱਲੋਂ ਬੜੀ ਸਾਜ਼ਿਸ਼ ਦੇ ਤਹਿਤ ਪੰਜਾਬ ਦਾ ਅਤੇ ਪੰਜਾਬੀਆਂ ਦਾ ਹਿੰਦੂਕਰਨ ਕੀਤਾ ਜਾ ਰਿਹਾ ਆ। ਸਾਡੇ ਉੱਤੇ ਧੱਕੇ ਦੇ ਨਾਲ ਬੜੀ ਸਾਜ਼ਿਸ਼ ਦੇ ਤਹਿਤ ਇਹ ਜਿਹੜੀ ਪੰਜਾਬੀ ਬੋਲੀ ਨੂੰ ਛੁਟਿਆ ਕੇ ਤੇ ਹਿੰਦੀ ਥੋਪੀ ਜਾ ਰਹੀ ਹੈ। ਅੱਜ ਪੰਜਾਬ ਦੇ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਉਹਨੂੰ ਪਾਸੇ ਕਰਕੇ ਤੇ ਸਾਰੇ ਪਾਸੇ ਹਿੰਦੀ ਦਾ ਜਿਹੜਾ ਬੋਲਬਾਲਾ ਆ ਉਹ ਕੀਤਾ ਜਾ ਰਿਹਾ ਆ। ਸੋ ਇਸ ਕਰਕੇ ਭਾਈ ਲੱਖਾ ਸਿਧਾਣਾ, ਬਾਬਾ ਹਰਦੀਪ ਸਿੰਘ ਮਹਾਰਾਜ ਅੱਜ ਦਮਦਮਾ ਸਾਹਿਬ ਅਕਾਲ ਤਖਤ ਸਾਹਿਬ ਤੋਂ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਰਚ ਲੈ ਕੇ ਆਏ ਆ। ਸੋ ਅਸੀਂ ਉਹਨਾਂ ਸਾਰੇ ਸਿੰਘਾਂ ਦਾ ਸਤਿਕਾਰ ਕੀਤਾ ਆ, ਕਿਉਂਕਿ ਉਹਨਾਂ ਨੇ ਜਿਹੜਾ ਉਪਰਾਲਾ ਵਿੱਢਿਆ ਹੋਇਆ ਆ ਕਿ ਪੰਜਾਬੀ ਬੋਲੀ ਨੂੰ ਦਾ ਮਾਣ ਸਤਿਕਾਰ ਬਹਾਲ ਕੀਤਾ ਜਾਵੇ। ਅਸੀਂ ਸ਼ਲਾਘਾ ਕਰਦੇ ਹਾਂ। ਸੋ ਇਹ ਅਸੀਂ ਸਮਝਦੇ ਹਾਂ ਕਿ ਇਹ ਹਕੂਮਤ ਦੀ ਨੀਤੀ ਹੈ ਕਿ ਜਿਹੜਾ ਇੱਥੇ ਪੰਜਾਬੀ ਬੋਲੀ ਨੂੰ ਖਤਮ ਕੀਤਾ ਜਾ ਰਿਹਾ, ਕਿਉਂਕਿ ਵਿਦਵਾਨਾਂ ਨੇ ਲਿਖਿਆ ਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਹਦੀ ਜਿਹੜੀ ਬੋਲੀ ਆ, ਉਹਦਾ ਜਿਹੜਾ ਸੱਭਿਆਚਾਰ ਹੈ, ਉਹਦਾ ਜਿਹੜਾ ਇਤਿਹਾਸ ਆ, ਉਹਦਾ ਜਿਹੜਾ ਵਿਰਸਾ ਆ ਉਹ ਖਤਮ ਕਰ ਦਿੱਤਾ ਜਾਵੇ। ਤੇ ਉਹੀ ਜਿਹੜੀਆਂ ਨੀਤੀਆਂ ਆ ਉਹ ਸਾਡੇ ਉੱਤੇ ਅਪਣਾਈਆਂ ਜਾ ਰਹੀਆਂ ਆ। ਇੱਥੇ ਜਿੰਨੇ ਵੀ ਅਦਾਰੇ, ਜੇਕਰ ਆਪਾਂ ਜਲ੍ਹਿਆਂਵਾਲੇ ਬਾਗ ਦੀ ਗੱਲ ਕਰਦੇ ਆ ਤੇ ਉਹਦੇ ਜਿੰਨੇ ਵੀ ਬੋਰਡ ਆ ਉਹ ਹਿੰਦੀ ਅਤੇ ਇੰਗਲਿਸ਼ ਵਿੱਚ ਲਿਖੇ ਹੋਏ ਆ ਤੇ ਪੰਜਾਬੀ ਬੋਲੀ ਨੂੰ ਤੀਜੇ ਨੰਬਰ ਤੇ ਜਗ੍ਹਾ ਦਿੱਤੀ ਹੋਈ ਹੈ, ਜਦ ਕਿ ਇਹ ਪੰਜਾਬ ਦੀ ਧਰਤੀ ਏ। ਇਹਨੂੰ ਸਿੱਖ ਹੋਮਲੈਂਡ ਹੋਣ ਦਾ ਮਾਣ ਪ੍ਰਾਪਤ ਆ। ਇੱਥੇ ਜਿਹੜੀ ਸਾਡੀ ਪੰਜਾਬੀ ਬੋਲੀ ਹੈ ਗੁਰੂਆਂ ਦੀ ਬੋਲੀ ਹੈ। ਇੱਥੋਂ ਦੇ ਜਿਹੜੇ ਲੋਕ ਆ ਉਹ ਪੰਜਾਬੀ ਬੋਲਦੇ ਆ, ਪੰਜਾਬੀ ਸਮਝਦੇ ਆ, ਪੰਜਾਬੀ ਲਿਖਦੇ ਆ। ਪਰ ਸਰਕਾਰਾਂ ਵੱਲੋਂ ਜਿਹੜਾ ਰਵੱਈਆ ਆ ਉਹ ਸਾਡੇ ਵਿਰੋਧ ਦੇ ਵਿੱਚ ਅਪਣਾਇਆ ਜਾ ਰਿਹਾ ਆ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮੋਰਚਾ ਲਾਇਆ ਸੀ, ਉਹਦੇ ਵਿੱਚ ਵੀ ਇਹ ਮੰਗ ਰੱਖੀ ਗਈ ਸੀ ਕਿ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਪੰਜਾਬੀ ਬੋਲੀ ਨੂੰ ਲਾਗੂ ਕੀਤਾ ਜਾਵੇ। ਤੇ ਅੱਜ ਅਸੀਂ ਉਸ ਸੰਘਰਸ਼ ਨੂੰ ਪਰਨਾਏ ਹੋਏ ਲੋਕ ਹਾਂ ਤੇ ਇਸ ਸੰਘਰਸ਼ ਦੇ ਉੱਤੇ ਅਸੀਂ ਡਟ ਕੇ ਪਹਿਰਾ ਦੇਵਾਂਗੇ। ਤੇ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਜਿਵੇਂ ਹੁਣ ਅਸੀਂ ਹਿੰਦੀ ਦਾ ਗੱਲ ਕਰਦੇ ਹੈਗੇ, ਪੰਜਾਬੀ ਇਹ ਤਾਂ ਨਹੀਂ ਕਿ ਆਪਾਂ ਕਹੀਏ ਕਿ ਇਕੱਲੀ ਸਿੱਖਾਂ ਦੀ ਬੋਲੀ ਹੈਗੀ ਆ, ਇਹ ਤਾਂ ਇੱਕ ਖਿੱਤੇ ਦੀ ਬੋਲੀ ਆ, ਇਲਾਕੇ ਦੀ ਬੋਲੀ ਆ। ਫਿਰ ਵੀ ਸਾਨੂੰ ਸਿੱਖਾਂ ਨੂੰ ਹੀ ਅਗਾਂਹ ਆ ਕੇ ਸੰਘਰਸ਼ ਕਰਨਾ ਪੈ ਰਿਹਾ, ਕੀ ਕਾਰਨ ਹੈ? ਜਦੋਂ ਸੂਬੇ ਬਣਨ ਲੱਗੇ ਸੀ ਬੋਲੀਆਂ ਦੇ ਆਧਾਰ ਉੱਤੇ, ਤੇ ਜਿਹੜੇ ਇੱਥੋਂ ਪੰਜਾਬ ਦੇ ਵਿੱਚ ਜਿਹੜਾ ਵਸਣ ਵਾਲਾ ਹਿੰਦੂ ਆ ਉਹ ਭਾਵੇਂ ਬੜੀ ਵਧੀਆ ਤਰੀਕੇ ਨਾਲ ਪੰਜਾਬੀ ਬੋਲ ਲੈਂਦਾ ਸੀ, ਪੰਜਾਬੀ ਲਿਖ ਲੈਂਦਾ ਸੀ, ਪੰਜਾਬੀ ਸਮਝ ਸਕਦਾ ਸੀ, ਪਰ ਜਦੋਂ ਸੂਬੇ ਬਣਨ ਲੱਗੇ ਤਾਂ ਉਹਨਾਂ ਨੇ ਵੀ ਹਕੂਮਤ ਵਾਲੀ ਹੀ ਨੀਤੀ ਅਪਣਾਈ ਤੇ ਉਹਨਾਂ ਨੇ ਆਪਣੀ ਬੋਲੀ ਹਿੰਦੀ ਬੋਲੀ ਲਿਖਵਾਈ, ਜਦ ਕਿ ਉਹ ਬੜੀ ਵਧੀਆ ਤਰੀਕੇ ਨਾਲ ਪੰਜਾਬੀ ਬੋਲਦੇ ਸਨ, ਪੰਜਾਬੀ ਲਿਖਦੇ ਸਨ ਤੇ ਆਮ ਉਹਨਾਂ ਦੇ ਘਰਾਂ ਦੇ ਵਿੱਚ ਪੰਜਾਬੀ ਹੀ ਵਰਤੀ ਜਾਂਦੀ ਸੀ। ਪਰ ਉਸ ਸਮੇਂ ਵੀ ਸਾਡੇ ਨਾਲ ਇਹ ਦੁਸ਼ਮਣਾਂ ਵਾਲਾ ਵਤੀਰਾ ਕੀਤਾ ਗਿਆ। ਅੱਜ ਵੀ ਜੇਕਰ ਪੰਜਾਬੀ ਬੋਲੀ ਨੂੰ ਮਾਣ ਸਤਿਕਾਰ ਵਾਸਤੇ ਕੋਈ ਸੰਘਰਸ਼ ਕਰਦਾ ਪਿਆ ਆ ਤਾਂ ਸਿੱਖ ਕੌਮ ਹੀ ਕਰਦੀ ਪਈ ਆ। ਬਾਕੀ ਜਿਹੜਾ ਹੋਰ ਕੌਮਾਂ ਆ ਉਹਨਾਂ ਨੇ ਇਸ ਭਾਸ਼ਾ ਨੂੰ ਕਦੇ ਵੀ ਮੈਂ ਸਮਝਦਾ ਆ ਕਿ ਪੂਰਨ ਤੌਰ ਤੇ ਸਤਿਕਾਰ ਨਹੀਂ ਕੀਤਾ। ਪਰ ਜੇਕਰ ਆਪਾਂ ਗਵਾਂਢੀ ਦੇਸ਼ ਦੀ ਗੱਲ ਕਰਦੇ ਆ ਪਾਕਿਸਤਾਨ ਦੇ ਵਿੱਚ, ਤਾਂ ਉੱਥੇ ਪੰਜਾਬੀ ਭਾਸ਼ਾ ਨੂੰ ਪੂਰਨ ਤੌਰ ਤੇ ਸਤਿਕਾਰ ਕੀਤਾ ਜਾਂਦਾ। ਉੱਥੋਂ ਦੇ ਜਿਹੜੇ ਸਾਡਾ ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਆ ਉਹ ਬੜੇ ਵਧੀਆ ਤਰੀਕੇ ਨਾਲ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਦੇ ਆ, ਪੰਜਾਬੀ ਬੋਲਦੇ ਆ। ਪਰ ਇੱਥੋਂ ਦੇ ਜਿਹੜੇ ਹਿੰਦੂ ਲੋਕ ਆ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਉਹ ਬੇਗਾਨਗੀ ਵਾਲਾ ਪੰਜਾਬੀ ਦੇ ਨਾਲ ਰਵੱਈਆ ਕਰਦੇ ਪਏ ਆ, ਜਿਸ ਕਰਕੇ ਇਹਨਾਂ ਦੀ ਜਿਹੜੀ ਸੋਚ ਉਹ ਪਤਾ ਲੱਗਦੀ ਹੈ ਕਿ ਕਿੱਥੇ ਇਹਨਾਂ ਦੀ ਜਿਹੜੀ ਮਾਨਸਿਕਤਾ ਆ ਉਹ ਬਿਮਾਰ ਹੋ ਚੁੱਕੀ ਹੋਈ ਹੈ। ਤੇ ਇਹ ਕਿਤੇ ਨਾ ਕਿਤੇ ਇਹ ਜਿਹੜੇ ਸਿੱਖ ਵਿਰੋਧੀ ਹੋਣ ਦੇ ਇਹ ਆਪਣਾ ਦੱਸ ਰਹੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਪੰਜਾਬੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਇੱਥੋਂ ਦੇ ਰਹਿਣ ਵਾਲੇ ਉਹ ਬਾਕੀ ਭਾਈਚਾਰੇ ਜਿਹੜੇ ਪੰਜਾਬ ਦੀ ਧਰਤੀ ਤੇ ਰਹਿੰਦੇ ਹੋਏ ਵੀ ਆਪਣੀ ਮਾਂ ਬੋਲੀ ਪੰਜਾਬੀ ਨਾ ਲਿਖਾਉਣ ਦੇ ਵਿੱਚ ਜਿਹੜਾ ਹੈਗਾ ਆ ਉਹ ਬਹੁਤ ਬੁਰਾ ਉਹਨਾਂ ਨੇ ਮੰਨਦੇ ਹੈਗੇ ਆ, ਔਰ ਉਹ ਫਖਰ ਨਹੀਂ ਸਮਝਦੇ ਪੰਜਾਬੀ ਬੋਲੀ ਨੂੰ। ਇੰਨਾ ਕੁ ਮਾੜਾ ਉਹ ਸਮਝਦੇ ਹੈਗੇ ਆ ਕਿ ਇੱਕ ਹੱਦ ਤੱਕ ਮਹਿਸੂਸ ਕਰਦੇ ਆ। ਜਿੰਨਾ ਚਿਰ ਉਹ ਲੋਕ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਨਹੀਂ ਹੁੰਦੇ, ਉਹਨੂੰ ਆਪਣੀ ਬੋਲੀ ਨਹੀਂ ਸਮਝਦੇਗੇ, ਉਹਨਾਂ ਚਿਰ ਸਾਡੀ ਇਸ ਮਾਂ ਬੋਲੀ ਦੀ ਜਿਹੜੀ ਸਥਿਤੀ ਆ ਉਹ ਇਸੇ ਤਰ੍ਹਾਂ ਹੀ ਰਹੇਗੀ। ਕਰਦੇ ਇੱਕ ਹੋਰ ਵੀਰ ਜੀ ਨਾਲ ਖੜੇ, ਉਹਨਾਂ ਨਾਲ ਵੀ ਗੱਲਬਾਤ। ਹਾਂਜੀ, ਤੁਸੀਂ ਪੰਜਾਬੀ ਮਾਂ ਬੋਲੀ ਦਾ ਜਿਹੜਾ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈਗਾ ਆ, ਅੱਜ ਇੱਥੇ ਉਹ ਅਕਾਲ ਤਖਤ ਸਾਹਿਬ ਪੁੱਜਿਆ, ਤੇ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਸਾਨੂੰ ਕਿਉਂ ਸੰਘਰਸ਼ ਕਰਨਾ ਪੈ ਰਿਹਾ? ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਜੋ ਸਾਡੇ ਵੀਰ ਲੱਖਾ ਸਿਧਾਣਾ ਜੀ
ਬਾਬਾ ਹਰਦੀਪ ਸਿੰਘ ਜੀ ਤੇ ਹੋਰ ਅਨੇਕਾਂ ਹੀ ਹੋਰ ਜਥੇਬੰਦੀਆਂ ਇਸ ਜਿਹੜੇ ਸੰਘਰਸ਼ ਦੇ ਵਿੱਚ ਜੱਟੀਆਂ ਨੇ। ਵੀਰ ਜੀ ਨਾਲ ਗੱਲ ਕੀਤੀ ਆ ਵੀ ਇਹ ਸਾਨੂੰ ਸੰਘਰਸ਼ ਕਿਉਂ ਕਰਨੇ ਪੈ ਰਹੇ ਨੇ। ਸਾਡੇ ਵੀਰ ਰਣਜੀਤ ਸਿੰਘ ਉਹਨਾਂ ਨੇ ਇਸ ਚੀਜ਼ ਦਾ ਬਖੂਬੀ ਜਵਾਬ ਦੇ ਦਿੱਤਾ ਵਾ ਕਿ ਹਕੂਮਤਾਂ ਸਾਡੇ ਇਸ ਪੰਜਾਬੀ ਨੂੰ ਖਤਮ ਕਰਨ ਤੇ ਜੁਟੀਆਂ ਹੋਈਆਂ ਨੇ ਤੇ ਇਹਦੇ ਵਿੱਚ ਚਾਹੀਦਾ ਕੀ ਆ ਕਿ ਸਾਡੇ ਜਿੰਨੇ ਵੀ ਪੰਜਾਬੀ ਵੀਰ ਨੇ, ਸਾਡੇ ਭੈਣਾਂ ਘਰਾਂ ਦੇ ਵਿੱਚ ਉਹ ਬੱਚਿਆਂ ਦੇ ਨਾਲ ਸਕੂਲ ਤੋਂ ਜਿਹੜੀ ਸਿੱਖਿਆ ਮਿਲਦੀ ਆ ਹਿੰਦੀ ਦੇ ਵਿੱਚ ਗੱਲ ਕਰਨ ਦੀ, ਉਹ ਘਰਾਂ ਦੇ ਵਿੱਚ ਮਾਵਾਂ ਜਿਹੜੀਆਂ ਬੱਚਿਆਂ ਨਾਲ ਹਿੰਦੀ 'ਚ ਗੱਲ ਕਰਦੀਆਂ, ਪੰਜਾਬੀ 'ਚ ਗੱਲ ਨਹੀਂ ਕਰਦੀਆਂ, ਹਿੰਦੀ 'ਚ ਗੱਲ ਕਰਕੇ ਫਖਰ ਮਹਿਸੂਸ ਕਰਦੀਆਂ। ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਇੱਕ ਨਾ ਇੱਕ ਦਿਨ ਜੇ ਤੁਸੀਂ ਇਸ ਤਰੀਕੇ ਦੇ ਨਾਲ ਚੱਲਦੇ ਰਹੋਗੇ ਤੇ ਆਪਾਂ ਜਿਹੜੀ ਪੰਜਾਬੀ ਮਾਂ ਬੋਲੀ ਉਹਨੂੰ ਗਵਾ ਬੈਠਾਂਗੇ। ਤੇ ਪੰਜਾਬੀ ਮਾਂ ਬੋਲੀ ਸਾਡੀ ਪੰਜਾਬ ਦੀ ਧਰਤੀ ਤੇ ਇਹ ਜਿਹੜੀ ਬੋਲੀ ਆ ਇਹ ਜਿੰਦਾ ਸਰਜੀਤ ਰੱਖਣ ਵਾਸਤੇ ਸਾਨੂੰ ਸਗੋਂ ਸੰਘਰਸ਼ ਕਰਨਾ ਚਾਹੀਦਾ ਸਕੂਲਾਂ ਦੇ ਵਿੱਚ ਵੀ ਜਾ ਕੇ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਤੋਂ ਨਾ ਰੋਕਿਆ ਜਾਵੇ। ਜੇ ਅਸੀਂ ਆਪਣੇ ਬੱਚਿਆਂ ਨੂੰ ਅੱਜ ਪੰਜਾਬੀ ਤੋਂ ਰੋਕਾਂਗੇ ਤੇ ਪੰਜਾਬੀ ਜਿਹੜੀ ਇੱਕਦਮ ਖਤਮ ਹੋ ਜਾਏਗੀ। ਜਿਹੜੇ ਹਿੰਦੂ ਵੀਰ ਨੇ ਉਹ ਵੀ ਕਿਤੇ ਨਾ ਕਿਤੇ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਤਕਰੀਬਨ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਸਾਰੇ ਪੰਜਾਬੀ ਵਧੀਆ ਬੋਲਦੇ ਨੇ, ਪੰਜਾਬੀ ਲਿਖਦੇ ਨੇ। ਪੰਜਾਬੀ ਪਹਿਲਾਂ ਚੱਲਦੀ ਸੀ, ਅਸੀਂ ਸਕੂਲਾਂ 'ਚ ਪੜ੍ਹਦੇ ਨੇ, ਪੰਜਾਬੀ ਹੀ ਚੱਲਦੀ ਹੁੰਦੀ ਸੀ। ਅੱਜ ਜਿਹੜੀ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ ਹੈ ਹਕੂਮਤਾਂ ਦੇ ਜਿਹੜੇ ਮਤਲਬ ਸਾਜ਼ਿਸ਼ਾਂ ਨੇ, ਇਹਨਾਂ ਸਾਜ਼ਿਸ਼ਾਂ ਨੂੰ ਸਾਨੂੰ ਸਮਝਣਾ ਚਾਹੀਦਾ ਵਾ ਪੰਜਾਬੀ ਲੋਕਾਂ ਨੂੰ ਤੇ ਸਾਨੂੰ ਪੰਜਾਬੀ ਨੂੰ ਤਰਜੀਹ ਦੇਣੀ ਚਾਹੀਦੀ ਆ ਤੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਸਾਨੂੰ ਲੜ ਨਹੀਂ ਛੱਡਣਾ ਚਾਹੀਦਾ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆ ਦਾਸ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇੱਕ ਜ਼ਮਾਨਾ ਸੀਗਾ ਜਦੋਂ ਸਾਡੇ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਸਿਖਾਈ ਜਾਂਦੀ ਸੀ ਤਾਂ ਪਹਿਲਾਂ ਜਿਹੜੀ ਤਖਤੀ ਜਿਹਨੂੰ ਕਿ ਅਸੀਂ ਫੱਟੀ ਕਹਿੰਦੇ ਸੀਗੇ ਉਹ ਪੋਚ ਕੇ ਉੱਤੇ ਪੂਰਨੇ ਪਾਏ ਜਾਂਦੇ ਸੀਗੇ ਤੇ ਊੜਾ ਆੜਾ ਜਿਹੜੀ ਗੁਰਮੁਖੀ ਜਿਹੜੀ ਹੈ 35 ਉਹ ਸਿਖਾਈ ਜਾਂਦੀ ਸੀਗੀ ਤੇ ਮਾਂ ਬੋਲੀ ਨਾਲ ਜੁੜਨ ਦਾ ਇੱਕ ਬਹੁਤ ਸੋਹਣਾ ਮਕਸਦ ਇਸ ਤਰੀਕੇ ਨਾਲ ਵੀ ਜਿਹੜਾ ਸੀਗਾ ਉਹ ਲਗਨ ਲਗਾਈ ਜਾਂਦੀ ਸੀ ਔਰ ਖਾਸ ਤੌਰ ਤੇ ਖੁਸ਼ਖਤ ਲਿਖਾਈ ਜਿਹੜੀ ਸੀਗੀ ਉਹ ਬਹੁਤ ਸੋਹਣੇ ਤਰੀਕੇ ਨਾਲ ਅਸੀਂ ਸਾਰੇ ਹੀ ਲਿਖਦੇ ਰਹੇ ਹਾਂ ਬਚਪਨ ਦੇ ਵਿੱਚ। ਪਰ ਪਿਛਲੇ 20-25 ਸਾਲਾਂ ਤੋਂ ਪੰਜਾਬ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਸਕੂਲਾਂ ਦੇ ਵਿੱਚੋਂ ਜਿਹੜੀਆਂ ਫੱਟੀਆਂ ਤੇ ਸਲੇਟਾਂ ਜਿਹੜੀਆਂ ਆ ਉਹ ਖਤਮ ਕਰ ਦਿੱਤੀਆਂ ਹੈਗੀਆਂ ਤੇ ਅਸੀਂ ਜਿਹੜਾ ਕਿ ਇੱਕ ਸ਼ਬਦ ਨਾਲ ਜੁੜਨਾ ਸੀਗਾ ਉਹ ਸ਼ਬਦ ਨਾਲੋਂ ਸਾਨੂੰ ਨਿਖੇੜ ਦਿੱਤਾ ਗਿਆ। ਇੱਕ ਬਹੁਤ ਵੱਡੀ ਇਹ ਸਾਜ਼ਿਸ਼ ਪੰਜਾਬੀਆਂ ਦੇ ਨਾਲ ਹੋਈ ਆ ਔਰ ਇਸੇ ਤਰ੍ਹਾਂ ਕਰਦਿਆਂ ਜਦੋਂ ਅੰਗਰੇਜ਼ੀ ਔਰ ਹਿੰਦੀ ਸਾਡੇ ਤੇ ਹਾਵੀ ਹੋ ਗਈ, ਹਾਲਾਂਕਿ ਬੋਲੀਆਂ ਦੇ ਮੈਂ ਵਿਰੋਧ ਵਿੱਚ ਨਹੀਂ ਹੈਗਾ, ਬੋਲੀਆਂ ਜਿਹੜੀਆਂ ਸਾਨੂੰ ਸਾਰੀਆਂ ਸਿੱਖਣੀਆਂ ਚਾਹੀਦੀਆਂ ਹੈਗੀਆਂ, ਪਰ ਉਹ ਕੌਮ ਹਮੇਸ਼ਾ ਹੀ ਪੂਰੀ ਦੁਨੀਆ ਦੇ ਖਿੱਤੇ ਦੇ ਵਿੱਚ ਅਸਫਲ ਹੁੰਦੀ ਆ, ਹਾਰਦੀ ਆ ਜਿਹੜੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਛੱਡ ਜਾਂਦੀ ਆ। ਸੋ ਮੈਂ ਦੁਆ ਕਰਦਾ ਹੈਗਾ ਕਿ ਅਸੀਂ ਸਾਰੇ ਜਣੇ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੀਏ। ਇੱਥੇ ਹੀ ਅਸੀਂ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਦੇ ਹਾਂ ਤੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।